Good morning students, once again welcome to my YouTube channel. Today we are continues from to the chapter ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀ। ਇਹ ਭਾਗ 5ਵਾਂ ਵਾ 10ਵੀਂ ਕਲਾਸ ਦਾ SST ਪੰਜਾਬੀ ਮੀਡੀਅਮ ਦੇ ਵਿੱਚ। ਅੱਜ ਅਸੀਂ ਇਸ ਸੈਸ਼ਨ ਦੇ ਵਿੱਚ ਐਂਡ ਦੇ ਵਿੱਚ ਇਹਦੇ ਜਿਹੜੇ ਲੌਂਗ ਕੁਐਸਚਨ ਰਿਮੇਨਿੰਗ ਰਹਿ ਗਏ ਸੀ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਅਤੇ ਚੈਪਟਰ ਨੂੰ ਕੰਪਲੀਟ ਕਰਾਂਗੇ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। फस्ट क्वेश्चन है मिट्टी की बनतर किहड़े-किहड़े तत्तां ते निर्भर करती है। उत्तर है मिट्टी की बनतर हेठ लिखे 5 तत्तां ते निर्भर करती है। पहली है मुढ़ली चट्टान। देश के उत्तरी मैदानां दीयां तहदार चट्टानां वक्रे वक्रे खनिजां ते एकत्रित होण करके सब तो वधिया किस्म दी मिट्टी प्रदान करदियां हन। इत्थे दूजे पासे देश की पठारी भाग दीयां लावे तो बणीआं चट्टानां जोनल मिट्टी नूं जन्म दिंदियां हन। इन्हां विच्चों कई प्रकार के खनिज पदार्थ मिलते हैं जिस कारण ये मिट्टी उपजाऊ हुंदियां हन। दूजा जलवायु। मुढ़ली चट्टानां तो बनने वाली मिट्टी का रंग गठन बनावट आदि इस गल ते निर्भर करता है कि चट्टान किन्ने समय अते किस तरह की जलवायु द्वारा प्रभावित हो रही है। पश्चिमी बंगाल वर्गे प्रदेश विच जलवायु रसायनिक क्रियावां के प्रभाव ते मलड़ ਦੀ ਹੋਂਦ ਕਾਰਨ ਮਿੱਟੀ ਜ਼ਿਆਦਾਤਰ ਵਿਕਸਿਤ ਹੁੰਦੀ ਹੈ। ਇਸ ਦੇ ਉਲਟ ਰਾਜਸਥਾਨ ਵਰਗੇ ਖੁਸ਼ਕ ਖੇਤਰ ਵਿੱਚ ਬਨਸਪਤੀ ਦੀ ਕਮੀ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ। ਇਸ ਤਰ੍ਹਾਂ ਜ਼ਿਆਦਾ ਵਰਖਾ ਤੇ ਤੇਜ਼ ਪਾਉਣ ਵਾਲੀ ਮਿੱਟੀ ਵਿੱਚ ਮਿੱਟੀ ਦਾ ਕਟਾਅ ਜ਼ਿਆਦਾ ਹੋਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ। ਤੀਜਾ ਵਾ ਢਲਾਨ। ਜਲਵਾਯੂ ਤੋਂ ਬਿਨਾਂ ਖੇਤਰੀ ਢਲਾਨ ਦੀ ਮਿੱਟੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਦੇਸ਼ ਦੇ ਤਿੱਖੀਆਂ ਢਲਾਨਾਂ ਵਾਲੀ ਪਹਾੜੀ ਖੇਤਰਾਂ ਵਿੱਚ ਮਿੱਟੀ ਦੇ ਤੇਜ਼ ਵਹਾਅ ਅਤੇ ਗੁਰਤਾ ਖਿੱਚ ਸ਼ਕਤੀ ਕਾਰਨ ਮਿੱਟੀ ਖਿਸਕਦੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਪਰਬਤੀ ਮਿੱਟੀ ਦੀਆਂ ਢਲਾਨਾਂ ਦੀ ਬਜਾਏ ਗੰਗਾ ਸਿੱਧੂ ਅਤੇ ਬ੍ਰਹਮਪੁੱਤਰ ਵਰਗੀਆਂ ਨਦੀਆਂ ਦੀਆਂ ਘਾਟੀਆਂ ਵਿੱਚ ਮਿੱਟੀ ਜ਼ਿਆਦਾ ਉਪਜਾਊ ਹੁੰਦੀ ਹੈ। ਚੌਥਾ ਕੁਦਰਤੀ ਬਨਸਪਤੀ। ਇਹ ਮੂਲ ਪਦਾਰਥ ਵਿੱਚੋਂ ਜੈਵਿਕ ਚੂਰੇ ਦੀ ਪੂਰਤੀ ਕਰਕੇ ਮਿੱਟੀ ਦਾ ਵਿਕਾਸ ਕਰਨ ਵਾਲਾ ਮੁੱਖ ਤੱਤ ਹੈ। ਇਹ ਸਾਡੇ ਦੇਸ਼ ਦੇ ਜ਼ਿਆਦਾਤਰ ਭੂਮੀ ਖੇਤਰ ਦੇ ਅਧੀਨ ਹੋਣ ਕਾਰਨ ਕੁਦਰਤੀ ਬਨਸਪਤੀ ਦੀ ਘਾਟ ਹੈ। ਦੇਸ਼ ਦੀਆਂ ਲਾਵੇ ਵਾਲੀਆਂ ਮਿੱਟੀਆਂ ਵਿੱਚ ਵਿਕਸਿਤ ਬਣ ਖੇਤਰ ਦੀ ਮਿੱਟੀ 5 ਤੋਂ 10% ਤੱਕ ਜੈਵਿਕ ਅੰਸ਼ ਮਿਲਦਾ ਹੈ। ਪੰਜਵਾਂ ਸਮਾਂ। ਇਹਨਾਂ ਸਾਰੇ ਤੱਤਾਂ ਤੋਂ ਬਿਨਾਂ ਦੇਸ਼ ਦੇ ਵਿਕਾਸ ਵਿੱਚ ਸਮੇਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਮਿੱਟੀ ਵਿੱਚ ਹਰੇਕ ਸਾਲ ਮੱਲੜ ਅਤੇ ਜੀਵਾਂਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਲੱਖਾਂ ਸਾਲਾਂ ਦੇ ਵਿਕਰਣ ਕਿਰਿਆ ਦੁਆਰਾ ਇਹ ਵਧੀਆ ਮਿੱਟੀ ਦਾ ਨਿਰਮਾਣ ਹੁੰਦਾ ਹੈ। ਨੈਕਸਟ ਹੈ 6ਵਾਂ ਕੁਐਸਚਨ। ਭਾਰਤ ਦੇ ਵਿੱਚ ਮਿਲਣ ਵਾਲੀਆਂ ਮਿੱਟੀਆਂ ਦੀ ਵੱਖ-ਵੱਖ ਕਿਸਮਾਂ ਦਾ ਵਿਸ਼ੇਸ਼ਤਾਈ ਸਮੇਤ ਵਰਣਨ ਕਰੋ। ਉੱਤਰ ਭਾਰਤ ਦੇ ਵਿੱਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ। ਇਹਨਾਂ ਦੇ ਗੁਣ ਦੇ ਆਧਾਰ 'ਤੇ ਇਹਨਾਂ ਨੂੰ 8 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਹੈ ਜੋਡਲ ਮਿੱਟੀ ਜਿਹਨੂੰ ਐਲੂਵੀਅਲ ਸੋਇਲ। ਭਾਰਤ ਦੇ ਵਿੱਚ ਜੋਡਲ ਮਿੱਟੀ ਉੱਤਰੀ ਮੈਦਾਨ ਰਾਜਸਥਾਨ ਗੁਜਰਾਤ ਦੱਖਣ ਦੇ ਤਟਵਰਤੀ ਮੈਦਾਨਾਂ ਵਿੱਚ ਆਮ ਮਿਲਦੀ ਹੈ। ਇਹਨਾਂ ਬਰੀਕ ਕਣਾਂ ਨੂੰ ਜੋਡਲ ਕਹਿੰਦੇ ਹਨ। ਇਸ ਵਿੱਚ ਰੇਤ ਗਾਰ ਮਿਲੀ ਹੁੰਦੀ ਹੈ। ਜੋਡਲ ਮਿੱਟੀ ਦੇ 2 ਪ੍ਰਕਾਰ ਦੀ ਹੁੰਦੀ ਹੈ ਵਾਂਗਰ ਤੇ ਖੱਦਰ। ਜੋਡਲ ਮਿੱਟੀ ਆਮ ਤੌਰ 'ਤੇ ਸਭ ਤੋਂ ਜ਼ਿਆਦਾ ਉਪਜਾਊ ਹੁੰਦੀ ਹੈ। ਇਹਨਾਂ ਮਿੱਟੀ ਵਿੱਚ ਪੋਟਾਸ਼ੀਅਮ ਫਾਸਫੋਰਸ ਐਸਿਡ ਚੂਨਾ ਕਾਫੀ ਮਾਤਰਾ ਵਿੱਚ ਹੁੰਦਾ ਹੈ ਪਰ ਇਹਨਾਂ ਵਿੱਚ ਨਾਈਟ੍ਰੋਜਨ ਅਤੇ ਜੈਵਿਕ ਪਦਾਰਥਾਂ ਦੀ ਕਮੀ ਹੁੰਦੀ ਹੈ। ਦੂਜਾ ਕਾਲੀ ਅਤੇ ਰੰਗੂਨ ਮਿੱਟੀ ਬਲੈਕ ਸੋਇਲ। ਇਸ ਮਿੱਟੀ ਦਾ ਨਿਰਮਾਣ ਲਾਵੇ ਦੇ ਵਹਾਅ ਤੋਂ ਹੋਇਆ ਹੈ। ਇਹ ਮਿੱਟੀ ਕਪਾਹ ਦੀ ਫਸਲ ਲਈ ਬਹੁਤ ਲਾਭਦਾਇਕ ਹੈ। ਇਸ ਲਈ ਇਹ ਕਪਾਹ ਦੀ ਮਿੱਟੀ ਵੀ ਕਿਹਾ ਜਾਂਦਾ ਹੈ। ਇਸ ਮਿੱਟੀ ਦੀ ਸਥਾਨਕ ਨਾਂ ਰੰਗੂਨ ਅਤੇ ਦੱਖਣ ਦੇ ਵਿੱਚ ਟੈਂਪ ਪ੍ਰਦੇਸ਼ ਦੇ ਵਿੱਚ ਪ੍ਰਮੁੱਖ ਮਿੱਟੀ ਹੈ। ਇਹ ਪੱਛਮ ਵਿੱਚ ਮੁੰਬਈ ਤੋਂ ਲੈ ਕੇ ਪੂਰਬ ਦੇ ਵਿੱਚ ਅਮਰਕਟਕ ਪਠਾਰ ਦੱਖਣ ਦੇ ਵਿੱਚ ਗੰਨਾ ਮੱਧ ਪ੍ਰਦੇਸ਼ ਅਤੇ ਦੱਖਣ ਦੇ ਵਿੱਚ ਬੈਲਗਾਮ ਤੱਕ ਤ੍ਰਿਭੁਜ ਆਕਾਰ ਦੀ ਖੇਤਰ ਦੇ ਵਿੱਚ ਫੈਲੀ ਹੋਈ ਹੈ। ਕਾਲੀ ਮਿੱਟੀ ਨਮੀ ਵਿੱਚ ਜ਼ਿਆਦਾ ਸਮੇਂ ਤੱਕ ਧਾਰਨ ਕਰ ਸਕਦੀ ਹੈ। ਇਸ ਮਿੱਟੀ ਵਿੱਚ ਲੋਹ ਪੋਟਾਸ਼ੀਅਮ ਚੂਨਾ ਐਲੂਮੀਨੀਅਮ ਮੈਗਨੀਸ਼ੀਅਮ ਦੀਆਂ ਮਾਤਰਾ ਵਧੇਰੇ ਹੁੰਦੀ ਹੈ ਪਰ ਨਾਈਟ੍ਰੋਜਨ ਫਾਸਫੋਰ ਅਤੇ ਜੀਵਾਂਸ਼ ਦੀ ਮਾਤਰਾ ਘੱਟ ਹੁੰਦੀ ਹੈ। ਤੀਜੀ ਲਾਲ ਮਿੱਟੀ ਰੈੱਡ ਸੋਇਲ। ਇਸ ਮਿੱਟੀ ਦੇ ਵਿੱਚ ਲਾਲ ਰੰਗ ਲੋਹੇ ਦੇ ਰਵੇਦਾਰ ਅਤੇ ਪਰਿਵਰਤਿਤ ਚਟਾਨਾਂ ਦੇ ਵਿੱਚ ਮਿਲਣ ਜਾਣ ਕਾਰਨ ਹੁੰਦਾ ਹੈ। ਇਸ ਦਾ ਵਿਸਥਾਰ ਤਾਮਿਲਨਾਡੂ ਕਰਨਾਟਕ ਆਂਧਰਾ ਪ੍ਰਦੇਸ਼ ਉੜੀਸਾ ਦੱਖਣੀ ਬਿਹਾਰ ਝਾਰਖੰਡ ਪੂਰਬੀ ਮੱਧ ਪ੍ਰਦੇਸ਼ ਛੱਤੀਸਗੜ੍ਹ ਉੱਤਰ ਪ੍ਰਦੇਸ਼ ਉੱਤਰ ਪੂਰਬੀ ਪਰਬਤ ਰਾਜਾਂ ਵਿੱਚ ਹੈ।
ਲਾਲ ਮਿੱਟੀ ਵਿੱਚ ਨਾਈਟ੍ਰੋਜਨ ਅਤੇ ਚੂਨੇ ਦੀ ਕਮੀ, ਪਰ ਮੈਗਨੀਸ਼ੀਅਮ, ਐਲੂਮੀਨੀਅਮ ਅਤੇ ਲੋਹੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਚੌਥੀ ਲੈਟਰਾਈਟ ਮਿੱਟੀ, ਲੈਟਰਾਈਟ ਸੋਇਲ। ਇਸ ਮਿੱਟੀ ਵਿੱਚ ਨਾਈਟ੍ਰੋਜਨ, ਚੂਨਾ ਅਤੇ ਪੋਟਾਸ਼ੀਅਮ ਦੀ ਕਮੀ ਹੁੰਦੀ ਹੈ। ਇਸ ਵਿੱਚ ਲੋਹੇ ਅਤੇ ਐਲੂਮੀਨੀਅਮ ਆਕਸਾਈਡ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਦਾ ਸੁਭਾਅ ਤੇਜ਼ਾਬੀ ਹੋ ਜਾਂਦਾ ਹੈ। ਇਸ ਦਾ ਵਿਸਥਾਰ ਵਿਧਾਂਚਲ, ਸਤਪੁੜਾ ਦੇ ਨਾਲ ਲੱਗਦੇ ਮੱਧ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਅਤੇ ਬਾਕਸਾਈਟਿਕ ਪਰਬਤੀ ਚੋਟੀਆਂ, ਦੱਖਣੀ ਮਹਾਰਾਸ਼ਟਰ ਅਤੇ ਉੱਤਰ ਪੂਰਬ ਦੇ ਵਿੱਚ ਸ਼ਿਲਾਂਗ ਦੇ ਪਠਾਰ ਦੇ ਉੱਤਰੀ ਅਤੇ ਪੂਰਬੀ ਭਾਗ ਵਿੱਚ ਹੈ। ਪੰਜਵਾਂ ਮਾਰੂਥਲੀ ਮਿੱਟੀ, ਡੈਜ਼ਰਟ ਸੋਇਲ। ਇਸ ਮਿੱਟੀ ਦਾ ਵਿਸਥਾਰ ਦੱਖਣ ਦੇ ਵਿੱਚ ਸਿੰਧ ਨਦੀ ਤੋਂ ਲੈ ਕੇ ਪੂਰਬ ਦੇ ਵਿੱਚ ਅਰਾਵਲੀ ਪਰਬਤ ਤੱਕ, ਰਾਜਸਥਾਨ, ਦੱਖਣੀ ਪੂਰਬ ਅਤੇ ਦੱਖਣੀ ਹਰਿਆਣੇ ਵਿੱਚ ਮਿਲਦਾ ਹੈ। ਇਸ ਵਿੱਚ ਘੁਲਣਸ਼ੀਲ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਪਰ ਇਸ ਮਿੱਟੀ ਵਿੱਚ ਨਾਈਟ੍ਰੋਜਨ ਮੱਲੜ ਦੀ ਬਹੁਤ ਘਾਟ ਹੁੰਦੀ ਹੈ। ਇਸ ਵਿੱਚ 92% ਜਿਹੜੀ ਹੁੰਦੀ ਹੈ ਰੇਤ ਅਤੇ 8% ਚੀਕਣੀ ਮਿੱਟੀ ਦਾ ਅੰਸ਼ ਹੁੰਦਾ ਹੈ। ਇਸ ਵਿੱਚ ਸਿੰਜਾਈ ਦੀ ਮਾਤਰਾ ਨਾਲ ਬਾਜਰਾ, ਜਵਾਹਰ, ਕਪਾਹ, ਗੰਨਾ, ਕਣਕ, ਸਬਜ਼ੀਆਂ ਆਦਿ ਉਗਾਈਆਂ ਜਾ ਸਕਦੀਆਂ ਹਨ। ਛੇਵੀਂ ਖਾਰੀ ਅਤੇ ਤੇਜ਼ਾਬੀ, ਸੈਲਿਨ ਐਂਡ ਐਲਕੀਨ ਸੋਇਲ। ਇਹ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਦੇ ਦੱਖਣੀ ਭਾਗਾਂ ਦੇ ਵਿੱਚ ਛੋਟੇ ਛੋਟੇ ਟੁਕੜਿਆਂ ਵਿੱਚ ਮਿਲਦੀ ਹੈ। ਖਾਰੀ ਮਿੱਟੀ ਵਿੱਚ ਸੋਡੀਅਮ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਤੇਜ਼ਾਬੀ ਮਿੱਟੀ ਵਿੱਚ ਕੈਲਸ਼ੀਅਮ ਅਤੇ ਨਾਈਟ੍ਰੋਜਨ ਦੀ ਕਮੀ ਹੁੰਦੀ ਹੈ। ਇਹ ਨਮਕੀਨ ਮਿੱਟੀ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਔਂਸ ਜਾਂ ਲੇਹ, ਪੰਜਾਬ ਦੇ ਵਿੱਚ ਕੱਲੜ ਅਤੇ ਥੋੜ, ਹੋਰ ਭਾਗਾਂ ਵਿੱਚ ਕੱਲੜ, ਕਲਾਰ ਅਤੇ ਛੋਪਾ ਮਿੱਟੀ ਕਿਹਾ ਜਾਂਦਾ ਹੈ। ਸੱਤਵਾਂ ਪੀਟ ਦਲਦਲੀ ਮਿੱਟੀ, ਪੀਟ ਅਤੇ ਮੈਸ਼ਲੀ ਸੋਇਲ। ਇਸ ਦਾ ਵਿਸਥਾਰ ਸੁੰਦਰਬਨ ਦੇ ਡੈਲਟਾ, ਉੜੀਸਾ ਦੇ ਵਿੱਚ ਤਟਵਰਤੀ ਖੇਤਰ, ਤਾਮਿਲਨਾਡੂ ਵਿੱਚ ਦੱਖਣ ਪੂਰਬੀ ਤਟਵਰਤੀ ਭਾਗ, ਮੱਧਵਰਤੀ ਬਿਹਾਰ, ਉੱਤਰਾਖੰਡ ਦੇ ਅਲਮੋੜਾ ਵਿੱਚ ਹੈ। ਇਸ ਦਾ ਰੰਗ ਜੈਵਿਕ ਪਦਾਰਥਾਂ ਦੇ ਅਧਿਕਤਾ ਦੇ ਕਾਰਨ ਕਾਲਾ ਅਤੇ ਤੇਜ਼ਾਬੀ ਸੁਭਾਅ ਵਾਲਾ ਹੁੰਦਾ ਹੈ। ਜੈਵਿਕ ਪਦਾਰਥਾਂ ਦੀ ਅਧਿਕਤਾ ਦੇ ਕਾਰਨ ਇਹ ਨੀਲੇ ਰੰਗ ਦੀ ਮਿੱਟੀ ਵੀ ਬਣ ਜਾਂਦੀ ਹੈ। ਲਾਸਟ ਮਿੱਟੀ ਹੈ ਜਿਹੜੀ ਪਰਬਤੀ ਮਿੱਟੀ, ਮਾਊਂਟੇਨ ਸੋਇਲ। ਇਸ ਮਿੱਟੀ ਵਿੱਚ ਰੇਤ, ਪੱਥਰ, ਬਾਜਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਵਿੱਚ ਚੂਨਾ ਘੱਟ ਅਤੇ ਲੋਹ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਚਾਹ ਦੀ ਖੇਤੀ ਲਈ ਬਹੁਤ ਅਨੁਕੂਲ ਹੁੰਦੀ ਹੈ। ਇਸ ਦਾ ਵਿਸਥਾਰ ਅਸਾਮ, ਲੱਦਾਖ, ਲਾਹੌਰ ਪੱਤਰੀ, ਕਿਨੌਰ, ਦਾਰਜਲਿੰਗ, ਦੇਹਰਾਦੂਨ, ਮਲੌੜਾ, ਗੜਵਾਲ, ਦੱਖਣ ਦੇ ਵਿੱਚ ਨੀਲਗਿਰੀ ਦੇ ਪਰਬਤ ਵਿੱਚ ਹੈ। ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ 7ਵਾਂ, ਮਿੱਟੀ ਦਾ ਕਟਾ ਕੀ ਹੈ ਅਤੇ ਕਿਉਂ ਹੁੰਦਾ ਹੈ? ਇਸ ਦੀ ਖੇਤਰੀ ਵੰਡ ਕੀ ਹੈ? ਇਸ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਉੱਤਰ ਹੈ ਧਰਾਤਲ ਦੇ ਵਿੱਚ ਮਿਲਦੀ 15 ਤੋਂ 30% ਮੋਟੀ ਤੈਅ ਦਾ ਭੌਤਿਕ ਅਤੇ ਗੈਰ ਭੌਤਿਕ ਤੱਤਾਂ ਨਾਲ ਆਪਣੇ ਮੂਲ ਸਥਾਨ 'ਤੇ ਟੁੱਟ ਜਾਣਾ ਜਾਂ ਹਟ ਜਾਣਾ ਮਿੱਟੀ ਦਾ ਕਟਾਅ ਅਖਾਉਂਦਾ ਹੈ। ਖੇਤਰੀ ਵੰਡ ਮਿੱਟੀ ਦੇ ਕਟਾਅ ਦਾ ਦੇਸ਼ ਦੇ ਅਗਲੇ ਲਿਖੇ ਭਾਗਾਂ ਨੂੰ ਪ੍ਰਭਾਵ ਪੈਂਦਾ ਹੈ। ਪਹਿਲਾ ਹੈ ਬਾਹਰੀ ਹਿਮਾਲਿਆ ਸ਼ਿਵਾਲਿਕ ਖੇਤਰਾਂ ਦੇ ਵਿੱਚ ਕੁਦਰਤੀ ਬਨਸਪਤੀ ਦਾ ਬਹੁਤ ਜ਼ਿਆਦਾ ਕਟਾਅ ਹੋਇਆ। ਇਸ ਸਮਾਜਿਕ ਨੇ ਉਪਜਾਊ ਭੂਮੀ ਨੂੰ ਪਾਣੀ ਅਤੇ ਗਾਰੇ ਨਾਲ ਲੱਦ ਕੇ ਖੇਤੀਬਾੜੀ ਤੋਂ ਬੇਕਾਰ ਕਰ ਦਿੱਤਾ ਹੈ। ਦੂਜਾ, ਪੰਜਾਬ, ਹੁਸ਼ਿਆਰਪੁਰ, ਰੋਪੜ ਜ਼ਿਲ੍ਹੇ ਯਮੁਨਾ, ਚੰਬਲ, ਮਾਹੀ ਅਤੇ ਸਬਰਮਤੀ ਨਦੀ ਦੇ ਵਿੱਚ ਕੈਚਮੇਟ ਖੇਤਰ ਦੇ ਵਿੱਚ ਨਾਲੇ ਅਤੇ ਚੋਹਾਂ ਨੇ ਬਨਸਪਤੀ ਦੀ ਕਮੀ ਕਾਰਨ ਭੂਮੀ ਨੂੰ ਬੰਜਰ ਬਣਾ ਦਿੱਤਾ ਹੈ। ਤੀਜਾ ਹੈ ਦੱਖਣੀ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ, ਪੱਛਮ ਉੱਤਰ ਪ੍ਰਦੇਸ਼, ਉੱਤਰ ਪੂਰਬੀ ਗੁਜਰਾਤ ਦੇ ਖੁਸ਼ਕ ਖੇਤਰਾਂ ਦੇ ਵਿੱਚ ਪੌਣਾ ਦੁਆਰਾ ਕਟਾਅ ਹੋਇਆ ਹੈ। ਚੌਥਾ, ਦੇਸ਼ ਦੇ ਵਿੱਚ ਦੱਖਣ ਪੂਰਬੀ ਰਾਜਾਂ ਦੇ ਵਿੱਚ ਪੱਛਮੀ ਬੰਗਾਲ ਸਮੇਤ ਭਾਰੀ ਵਰਖਾ, ਹੜ੍ਹ, ਨਦੀਆਂ ਕਿਨਾਰਿਆਂ ਦੇ ਕਟਾਅ ਨਾਲ ਸੈਂਕੜੇ ਟਨ ਮਿੱਟੀ ਬੰਗਾਲ ਦੀ ਖਾੜੀ ਵਿੱਚ ਚਲੀ ਜਾਂਦੀ ਹੈ। ਲਾਸਟ ਪੁਆਇੰਟ ਆ ਇਸ ਦਾ, ਦੱਖਣ ਅਤੇ ਦੱਖਣ ਪੂਰਬੀ ਭਾਰਤ ਦੇ ਵਿੱਚ ਮਿੱਟੀ ਦੇ ਕਟਾਅ, ਤੇਜ਼ ਢਲਾਨਾਂ ਅਤੇ ਭਾਰੀ ਵਰਖਾ ਅਤੇ ਖੇਤੀਬਾੜੀ ਦੇਸ਼ਪੂਰਨ ਢੰਗਾਂ ਦੀ ਵਰਤੋਂ ਕਰਕੇ ਹੁੰਦਾ ਹੈ। ਮਿੱਟੀ ਦੀ ਸੰਭਾਲ ਲਈ ਹੇਠ ਲਿਖੇ ਉਪਾਅ ਕੀਤੇ ਜਾ ਰਹੇ ਨੇ। ਪਹਿਲਾ ਹੈ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਦੇ ਵਿੱਚ ਪੌਣਾ ਦੇ ਵੇਗ ਨੂੰ ਘੱਟ ਕਰਨ ਦੇ ਲਈ ਦਰੱਖਤਾਂ ਦੀ ਕਤਾਰ ਲਗਾਈ ਜਾ ਰਹੀ ਹੈ। ਦੂਜਾ ਵਾ ਰੇਤਲੇ ਟਿੱਲਿਆਂ ਵਿੱਚ ਘਾਹ ਉਗਾਈ ਜਾ ਰਹੀ ਹੈ। ਤੀਜਾ ਵਾ ਪਰਬਤੀ ਖੇਤਰਾਂ ਵਿੱਚ ਪੌੜਾਨੁਮਾ ਖੇਤੀ, ਢਲਾਨ ਦੇ ਉਲਟ ਦਿਸ਼ਾ ਵਿੱਚ ਵੱਟਾਂ ਬਣਾ ਕੇ ਛੋਟੇ ਛੋਟੇ ਜਲ ਭੰਡਾਰ ਬਣਾਏ ਜਾ ਰਹੇ ਹਨ।
ਚੌਥਾ, ਮੈਦਾਨੀ ਖੇਤਰਾਂ ਵਿੱਚ ਭੂਮੀ ਬਨਸਪਤੀ ਉਗਾ ਕੇ ਫਸਲ ਚੱਕਰ ਢਲਾਨ ਦੇ ਉਲਟ ਖੇਤੀ ਦੀ ਵਾਹੀ ਦੇਸੀ ਖਾਦਾਂ ਦਾ ਪ੍ਰਯੋਗ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਰਿਹਾ ਹੈ। ਲਾਸਟ ਪੁਆਇੰਟ ਹੈ, ਝਾਰਖੰਡ ਦੀ ਸਰਕਾਰ ਨੇ ਛੋਟਾ ਨਾਗਪੁਰ ਦੇ ਪਠਾਰ ਭਾਗ ਦੇ ਵਿੱਚ ਸਥਾਨਾਂਤਰਿਤ ਖੇਤੀਬਾੜੀ ਕਠੋਰ ਨਿਯਮ ਬਣਾਏ ਜਾਂਦੇ ਹਨ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਸ ਦੇ ਨਾਲ ਅਸੀਂ ਆਪਣਾ ਜਿਹੜਾ ਚੈਪਟਰ ਹੈ ਇਸ ਨੂੰ ਕੰਪਲੀਟ ਕਰ ਚੁੱਕੇ ਹਾਂ, ਕੁਦਰਤੀ ਵਨਸਪਤੀ, ਜੀਵ ਜੰਤੂ ਅਤੇ ਮਿੱਟੀ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਅਤੇ ਜਿਹੜੇ ਮੇਰੇ ਇਸ ਚੈਨਲ 'ਤੇ ਫਸਟ ਟਾਈਮ ਆਏ ਨੇ ਤਾਂ ਮੇਰੇ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਦੂਸਰਿਆਂ ਨਾਲ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।